ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨ ਆਵੈ ਹਰ ਹਰ ਨਾਮ ਧਿਆਇਆ। ਥਾਂ ਤੇ ਮੋਇ ਧਾਰੀ ਓਟ ਗੋਪਾਲ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ। ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਏ। ਜੀ ਉਦਾਹਰਣ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ। ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ। ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਿਨਹੁ ਜਾਨਾ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਕਿਸ਼ਨ ਸਦਾ ਅਵਤਾਰੀ ਰੂਦਾ ਕਿਤ ਲਗ ਤਰੈ ਸੰਸਾਰਾ। ਗੁਰਮੁਖ ਗਿਆਨ ਰਤੇ ਜੁਗ ਅੰਤਰ ਚੁਕੈ ਮੋਹ ਗੁਬਾਰਾ। ਕਿਸ਼ਨ ਸਦਾ ਅਵਤਾਰੀ ਰੂਦਾ ਕਿਤ ਲਗ ਤਰੈ ਸੰਸਾਰਾ। ਗੁਰਮੁਖ ਗਿਆਨ ਰਤੇ ਜੁਗ ਅੰਤਰ ਚੁਕੈ ਮੋਹ ਗੁਬਾਰਾ। ਸਤਿਗੁਰ ਸੇਵਾ ਤੇ ਨਿਸਤਾਰਾ ਗੁਰਮੁਖ ਤਰੈ ਸੰਸਾਰਾ। ਸਾਚੈ ਨਾਇ ਰਤੇ ਬੈਰਾਗੀ ਪਾਇਨ ਮੋਖ ਦੁਆਰਾ। ਏਕੋ ਸੱਚ ਵਰਤੈ ਸਭ ਅੰਤਰ ਸਭਨਾ ਕਰੇ ਪ੍ਰਤਿਪਾਲਾ। ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ ਸਭਨਾ ਦੀਵਾਨ ਦਇਆਲਾ। ਏਕੋ ਸੱਚ ਵਰਤੈ ਸਭ ਅੰਤਰ ਸਭਨਾ ਕਰੇ ਪ੍ਰਤਿਪਾਲਾ। ਨਾਨਕ ਇਕਸ ਬਿਨ ਮੈਂ ਅਵਰ ਨ ਜਾਣਾ ਸਭਨਾ ਦੀਵਾਨ ਦਇਆਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਜੀ ਨੇ ਬੜੀ ਬਖਸ਼ਿਸ਼ ਕਿਰਪਾ ਕਰਕੇ ਆਪਣੇ ਗੁਰਸਿੱਖਾਂ ਸੇਵਕਾਂ ਨੂੰ ਆਪਣੇ ਚਰਨਾਂ ਵਿੱਚ ਸੱਦਿਆ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਪਵਿੱਤਰ ਅੰਮ੍ਰਿਤ ਗੁਰੂ ਕੀ ਬਾਣੀ ਦਾ ਨਿਤਨੇਮ ਪੰਜਾਂ ਬਾਣੀਆਂ ਦਾ ਪਾਠ ਹੋਇਆ। ਉਪਰੰਤ ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਸਾਹਿਬ ਰਿਆਮ ਸਿੰਘ ਜੀ ਦੇ ਜਥੇ ਪਾਸੋਂ ਗੁਰੂ ਸੰਗਤ ਨੇ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕੀਤੇ ਹਨ। ਅੰਮ੍ਰਿਤਮਈ ਗੁਰੂ ਕੀ ਬਾਣੀ ਗਾਵਤ ਸੁਣਤ ਕਮਾਵਤ ਨਿਹਾਲ। ਗੁਰਬਾਣੀ ਗਾਉਣ ਵਾਲਾ ਸੁਣਨ ਵਾਲਾ ਕਮਾਉਣ ਵਾਲਾ ਨਿਹਾਲ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੇ ਵਿੱਚ ਅਵਤਾਰ ਧਾਰ ਕੇ ਸਾਨੂੰ ਸੰਸਾਰੀ ਜੀਵਾਂ ਨੂੰ ਨਿਰੰਕਾਰ ਨਾਲ ਜੁੜਨ ਵਾਸਤੇ ਸੰਸਾਰ ਤੋਂ ਪਰਲੇ ਪਾਸੇ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦੇ ਦੇਸ਼ ਪਹੁੰਚਾਉਣ ਵਾਸਤੇ ਸੱਚਖੰਡ ਵਿੱਚ ਵਾਸਾ ਦੇਣ ਵਾਸਤੇ ਗੁਰੂ ਕੀ ਬਾਣੀ ਦਾ ਕੀਰਤਨ ਹੀ ਬਖਸ਼ਿਆ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਜਦੋਂ ਵਾਹਿਗੁਰੂ ਦਾ ਜਸ ਗਾਈਦਾ ਹੈ ਕੀਰਤਨ ਕਰੀਦਾ ਹੈ ਨਾਮ ਬਾਣੀ ਨਾਲ ਜੁੜੀਦਾ ਹੈ ਸੁਰਤ ਜਿਹੜੀ ਹੈ ਇਸ ਸੰਸਾਰ ਸਾਗਰ ਤੋਂ ਪਰੇ ਲੰਘ ਜਾਂਦੀ ਹੈ। ਇਹ ਸਾਰੀ ਬਖਸ਼ਿਸ਼ ਗੁਰੂ ਦੀ ਹੈ।
ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ। ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਪਰਮੇਸ਼ਰ ਦੇ ਗੁਰੂ ਅਵਤਾਰ ਹੋਏ ਹਨ, ਕਿਉਂਕਿ ਅਕਾਲ ਪੁਰਖ ਨੇ ਇਸ ਦੁਨੀਆ ਦੇ ਵਿੱਚ ਹੀ ਵਾਸਾ ਕੀਤਾ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਅਵਤਾਰ ਦਾ ਮਤਲਬ ਹੁੰਦਾ ਜੋ ਅਵਤਰਿਤ ਹੋਇਆ ਹੋਵੇ, ਉਤਰਿਆ ਹੋਵੇ। ਉਹ ਸਤਿਗੁਰੂ ਪਰਮੇਸ਼ਰ ਅਕਾਲ ਪੁਰਖ ਜੋ ਉੱਚੇ ਮੰਡਲਾਂ ਦਾ ਭਾਵ ਸੁਰਤ ਤੋਂ ਵੀ ਪਰੇ ਦਾ ਵਾਸੀ ਹੈ, ਸੂਖਮ ਹੈ। ਸਤ ਚੇਤਨ ਆਨੰਦ ਨਾਮ ਰੂਪ ਆਧਾਰ, ਮਤਿ ਨਾ ਲਿਖੈ ਜਿਹ ਮਤਿ ਲਿਖੈ ਸੋ ਮੈਂ ਸੋਧਿ ਅਪਾਰ। ਵਿਚਾਰ ਸਾਗਰ ਦਾ ਇਹ ਦੋਹਰਾ ਹੈ, ਬੜਾ ਗੰਭੀਰ ਹੈ। ਪੰਜ ਚੀਜ਼ਾਂ ਨੇ, ਸਤ ਚੇਤਨ ਆਨੰਦ, ਇਹ ਵਾਸਤਵਿਕਤਾ ਹੈ। ਸਤ ਹੈ ਸਦਾ ਹੀ ਹੈ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸਤ ਦੀ ਇਹ ਡੈਫੀਨੇਸ਼ਨ ਹੈ, ਸਤ ਦੇ ਲੱਛਣ ਹਨ, ਸਤ ਦੀ ਇਹ ਪਰਿਭਾਸ਼ਾ ਹੈ ਕਿ ਉਹਦਾ ਕਦੀ ਵੀ ਅਭਾਵ ਨਹੀਂ ਹੁੰਦਾ, ਅਣਹੋਂਦ ਨਹੀਂ ਹੁੰਦੀ ਕਦੀ ਵੀ। ਜਿਹਦੀ ਕਿਸੇ ਵੀ ਸਮੇਂ ਅਣਹੋਂਦ ਹੋ ਜਾਵੇ, ਭਾਵ ਜਿਹੜਾ ਕਿਸੇ ਸਮੇਂ ਹੋਵੇ ਕਿਸੇ ਸਮੇਂ ਨਾ ਹੋਵੇ, ਉਹ ਸੱਚ ਨਹੀਂ ਹੁੰਦਾ। ਜਿਹੜਾ ਸਦਾ ਹੋਵੇ ਉਹੀ ਸੱਚ ਹੁੰਦਾ। ਚੇਤਨ ਦੂਸਰੀ ਉਹਦੀ ਖੂਬੀ ਹੈ, ਜੋ ਆਪਣੇ ਆਪ ਨੂੰ ਵੀ ਜਾਣਦਾ ਹੋਵੇ ਔਰ ਦੂਏ ਨੂੰ ਵੀ ਜਾਣਦਾ ਹੋਵੇ, ਉਸ ਨੂੰ ਚੇਤਨ ਕਹਿੰਦੇ ਹਨ। ਆਨੰਦ ਜਿਹੜਾ ਸਦਾ ਹੀ ਖੇੜੇ ਵਿੱਚ, ਵਿਕਾਸ ਵਿੱਚ, ਪ੍ਰਸੰਨਤਾ ਵਿੱਚ ਰਵੇ, ਜਿੱਥੇ ਦੁੱਖ ਦਾ ਅਭਾਵ ਹੋਵੇ, ਉਸ ਨੂੰ ਆਨੰਦ ਕਹਿੰਦੇ ਆ। ਇਹ ਤਿੰਨੇ ਵਿਸ਼ੇਸ਼ਣ ਆਤਮਾ ਦੇ, ਪਰਮਾਤਮਾ ਦੇ ਹਨ। ਤਿੰਨੇ ਖੂਬੀਆਂ ਮਹਾਂਪੁਰਸ਼ਾਂ ਨੇ ਆਤਮਾ ਵਿੱਚ ਕਥਨ ਕੀਤੀਆਂ ਹਨ। ਦੋ ਚੀਜ਼ਾਂ ਹੋਰ ਹਨ, ਇੱਕ ਨਾਮ, ਇੱਕ ਰੂਪ। ਜਿਹੜੀ ਚੀਜ਼ ਨਾਮ ਰੂਪ ਵਾਲੀ ਹੈ ਉਹ ਬਿਨਸ ਜਾਂਦੀ ਹੈ। ਜਿਹੜੀ ਚੀਜ਼ ਦਾ ਰੂਪ ਹੁੰਦਾ ਹੈ, ਯਾਨੀ ਆਕਾਰ, ਮੋਟਾ ਪਤਲਾ, ਲੰਮਾ ਚੌੜਾ, ਗੋਰਾ ਕਾਲਾ, ਅੱਖਾਂ ਨਾਲ ਜੋ ਦੇਖਿਆ ਜਾ ਸਕਦਾ ਹੈ, ਹੱਥਾਂ ਨਾਲ ਪਕੜਿਆ ਜਾ ਸਕਦਾ ਹੈ, ਜਾਂ ਨਾਸਕਾ ਦੁਆਰਾ ਸੁੰਘਿਆ ਜਾ ਸਕਦਾ ਹੈ, ਜਿਹੜਾ ਚਮੜੀ ਦੁਆਰਾ ਛੂਹਿਆ ਜਾ ਸਕਦਾ ਹੈ, ਜਿਹੜਾ ਜੀਭ ਨਾਲ ਚੱਖਿਆ ਜਾ ਸਕਦਾ ਹੈ, ਉਹੀ ਆਕਾਰ ਹੁੰਦਾ, ਉਹਦਾ ਹੀ ਰੂਪ ਹੁੰਦਾ, ਉਹਦਾ ਹੀ ਨਾਮ ਰੱਖਿਆ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਉਹ ਜਿਹੜੀ ਚੀਜ਼ ਦਾ ਨਾਮ ਰੱਖਿਆ ਜਾਂਦਾ ਹੈ ਔਰ ਜਿਹੜੀ ਚੀਜ਼ ਦਾ ਰੂਪ ਦੇਖਿਆ ਜਾਂਦਾ ਹੈ, ਉਹ ਮਿਥਿਆ ਹੁੰਦਾ ਹੈ। ਉਹ ਅੱਜ ਹੈ, ਕੱਲ੍ਹ ਨਹੀਂ। ਪਰਮੇਸ਼ਰ ਅਕਾਲ ਪੁਰਖ ਸਦਾ ਹੈ, ਸਦਾ ਹੀ ਹੈ। ਸਤ ਚੇਤਨ ਆਧਾਰ, ਸਤ ਚੇਤਨ ਆਨੰਦ, ਨਾਮ ਰੂਪ ਆਧਾਰ। ਨਾਮ ਦੇ ਰੂਪ ਜਿਹੜੀਆਂ ਚੀਜ਼ਾਂ ਨਾਮ ਵਾਲੀਆਂ ਨੇ ਔਰ ਜਿਹੜੀਆਂ ਚੀਜ਼ਾਂ ਰੂਪ ਵਾਲੀਆਂ ਨੇ, ਉਹਨਾਂ ਦਾ ਜਿਹੜਾ ਬੇਸ ਹੈ, ਉਹਨਾਂ ਦਾ ਜਿਹੜਾ ਆਧਾਰ ਹੈ, ਜਿਹਦੇ ਉੱਤੇ ਉਹ ਟਿਕੀਆਂ ਹੋਈਆਂ ਨੇ ਦੋਵੇਂ ਚੀਜ਼ਾਂ, ਨਾਮ ਅਤੇ ਰੂਪ, ਉਹ ਸਤ ਚੇਤਨ ਆਨੰਦ। ਤਿੰਨ ਨੇ ਉਹਦੇ, ਤਿੰਨ ਵਿਸ਼ੇਸ਼ਣ ਨੇ। ਉਹਦੇ ਉੱਤੇ ਜਗਤ ਸਾਰਾ ਸੰਸਾਰ ਜਿੰਨਾ ਵੀ ਹੈ ਨਾ, ਉਹਦੇ ਉੱਤੇ ਟਿਕਿਆ ਹੋਇਆ ਹੈ। ਇਸ ਕਰਕੇ ਜਿਵੇਂ ਉਪਨਿਸ਼ਦਾਂ ਵਿੱਚ ਵੀ ਆਉਂਦਾ ਹੈ ਵੀ ਜਿਵੇਂ ਪੰਛੀ ਦੀ ਜਿਹੜੀ ਪੂੰਛ ਹੁੰਦੀ ਹੈ ਨਾ, ਪੰਛੀ ਦੀ ਪੂੰਛ, ਉਹ ਉਹਦੇ ਉਡਾਰੀ ਦਾ ਆਧਾਰ ਹੁੰਦਾ ਹੈ। ਜੇ ਪੂੰਛ ਨਾ ਹੋਵੇ ਤਾਂ ਪੰਛੀ ਉੱਡ ਨਹੀਂ ਸਕਦਾ। ਦੋਵੇਂ ਪਰ ਉਹਦੇ ਇੱਧਰ ਉੱਧਰ ਵਾਲੇ ਵੀ ਕੰਮ ਨਹੀਂ ਕਰਨਗੇ ਜੇ ਪੂੰਛ ਨਾ ਹੋਵੇ ਤਾਂ। ਇਸੇ ਤਰ੍ਹਾਂ ਜੇ ਉਹ ਸਤ ਚੇਤਨ ਆਨੰਦ ਨਾ ਹੋਵੇ ਤਾਂ ਨਾਮ ਰੂਪ ਰੂਪੀ ਦੋ ਪਰ ਵੀ ਕੰਮ ਨਹੀਂ ਕਰਦੇ। ਸੰਸਾਰ ਜਿਹੜਾ ਹੈ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਉਹਦੇ ਹਮ ਨਹੀਂ ਹੋਤੇ ਤੁਮ ਨਹੀਂ ਹੋਤੇ, ਕੌਣ ਕਹਾਂ 'ਤੇ ਆਇਆ, ਫਿਰ ਗੱਲ ਹੀ ਮੁੱਕ ਜਾਂਦੀ ਹੈ। ਸੋ ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਉਹ ਸਤ ਚੇਤਨ ਆਨੰਦ ਦਾ ਅਨੁਭਵ ਕਰਾਇਆ ਹੈ। ਅਤੇ ਜਿਹੜਾ ਨਾਮ ਰੂਪ ਵਾਲੀਆਂ ਵਸਤੂਆਂ ਹਨ, ਕਿਉਂਕਿ ਉਸ ਤੋਂ ਬਿਨਾਂ ਵਿਹਾਰ ਨਹੀਂ ਚੱਲਦਾ। ਮਾਇਆ ਰੂਪੀ ਹੋਏ ਕੈ ਵਿਚਰਤ ਸ੍ਰੀ ਗੋਪਾਲ, ਆਪੇ ਲక్ష్ਮੀ ਬੱਬ ਤਰੇ ਜੀ ਜੰਤ ਪ੍ਰਤਪਾਲ। ਅਕਾਲ ਪੁਰਖ ਵਾਹਿਗੁਰੂ ਜੀ ਨੇ
ਆਪਣੇ ਸੰਸਾਰ ਦੀ ਪਾਲਣਾ ਕਰਨ ਲਈ, ਸੰਸਾਰ ਦੀ ਰਚਨਾ ਕਰਨ ਲਈ, ਸੰਸਾਰ ਦਾ ਵਿਹਾਰ ਚਲਾਉਣ ਲਈ ਮਾਇਆ ਰੂਪ ਧਾਰਨ ਕੀਤਾ ਹੋਇਆ ਹੈ। ਇਹ ਨਾਮ ਰੂਪ ਵੀ ਜਿਹੜੇ ਨੇ ਨਾ ਦੋਵੇਂ, ਇਹ ਸਤ ਚੇਤਨ ਆਨੰਦ ਤੋਂ ਭਿੰਨ ਨਹੀਂ ਹਨ, ਉਸ ਤੋਂ ਬਿਨਾਂ ਨਹੀਂ ਹਨ। ਜਿਵੇਂ ਪੂੰਛ ਤੋਂ ਬਿਨਾਂ ਪੰਛੀ ਨਹੀਂ ਹੁੰਦਾ, ਇਸੇ ਤਰ੍ਹਾਂ ਹੀ ਸਤ ਚੇਤਨ ਆਨੰਦ ਤੋਂ ਬਿਨਾਂ ਨਾਮ ਰੂਪ ਵੀ ਨਹੀਂ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਪਰ ਨਾਮ ਰੂਪ ਹੁੰਦਾ ਮਿਥਿਆ ਹੈ, ਨਾਮ ਰੂਪ ਹੁੰਦਾ ਮਿਥਿਆ ਹੈ। ਸਤ ਚੇਤਨ ਆਨੰਦ ਮਿਥਿਆ ਨਹੀਂ ਹੁੰਦੇ, ਉਹ ਸਦਾ ਸਦਾ ਹੀ ਹੁੰਦੇ ਨੇ। ਉਹ ਹੁੰਦੇ ਨੇ ਉਹਦੇ ਆਸਰੇ ਉੱਤੇ ਜਿਹੜਾ ਹੈ, ਉਹ ਜਿਵੇਂ ਪੂਛ ਦੇ ਆਸਰੇ ਦੇ ਉੱਤੇ ਦੋਵੇਂ ਖੰਭ ਵੀ ਕੰਮ ਕਰਦੇ ਨੇ, ਇਸੇ ਤਰ੍ਹਾਂ ਸਤ ਚੇਤਨ ਆਨੰਦ ਦੇ ਆਸਰੇ 'ਤੇ ਨਾਮ ਰੂਪ ਵੀ ਆਪਣੀ ਡਿਊਟੀ ਨਿਭਾਉਂਦੇ ਨੇ। ਸੰਸਾਰ ਬਣਦਾ ਹੈ, ਸੰਸਾਰ ਚੱਲਦਾ ਹੈ, ਸੰਸਾਰ ਬਿਨਸਦਾ ਹੈ, ਉਹਨੂੰ ਹੀ ਇਹਨਾਂ ਨੇ ਤਿੰਨਾਂ ਦੇਵਤਿਆਂ ਦਾ ਰੂਪ ਨਾਮ ਦਿੱਤਾ ਹੋਇਆ ਹੈ, ਬ੍ਰਹਮਾ, ਵਿਸ਼ਨੂੰ, ਸ਼ਿਵ ਜੀ। ਸੋ ਇਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਅੱਜ ਗੱਲ ਬੜੀ ਗੰਭੀਰ ਛੇੜੀ ਹੋਈ ਹੈ ਕਿ ਉਹ ਜਿਹੜਾ ਪਰਮੇਸ਼ਰ ਅਕਾਲ ਪੁਰਖ ਗੁਰੂ ਦੀ ਕਿਰਪਾ ਨਾਲ ਲੱਭਦਾ ਹੈ, ਜਿਹੜੇ ਇਹ ਤਿੰਨੇ ਤ੍ਰੈਗੁਣੀ ਮਾਇਆ ਦੇ ਸਰੂਪ ਨੇ, ਇਹ ਉਸ ਨੂੰ ਨਹੀਂ ਜਾਣ ਸਕਦੇ, ਉਹ ਇਹਨਾਂ ਨੂੰ ਜਾਣਦਾ ਹੈ। ਇਸੇ ਲਈ ਵਿਚਾਰ ਸਾਗਰ ਵਿੱਚ ਲਿਖਿਆ ਕਿ ਮੈਂ ਆਤਮਾ ਜੋ ਹੈ ਉਹ ਇੱਕ ਸਾਗਰ ਦੀ ਤਰ੍ਹਾਂ ਹਾਂ, ਅਤੇ ਆਹ ਜਿਹੜੇ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਨੇ, ਇਹ ਮੇਰੀਆਂ ਲਹਿਰਾਂ ਹਨ। ਮਹਾਂਪੁਰਸ਼ ਸੰਤ ਬਾਬਾ ਨੇਚਲ ਦਾਸ ਜੀ, ਉਹਨਾਂ ਨੇ ਬਹੁਤ ਵੱਡਾ ਮਹਾਨ ਗ੍ਰੰਥ ਲਿਖਿਆ ਸੀ ਵਿਚਾਰ ਸਾਗਰ, ਪਰ ਬੜੇ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚ ਉਹਨਾਂ ਨੇ ਇਹ ਸਾਰੇ ਵਿਸ਼ੇ ਖੋਲ੍ਹਤੇ ਬਈ ਮੇਰਾ ਸਰੂਪ ਜੋ ਹੈ ਆਤਮਾ ਦਾ, ਜੋ ਸ਼ੁੱਧ ਸਰੂਪ ਬ੍ਰਹਮ ਦਾ ਹੈ, ਸਰੀਰ ਦਾ ਨਹੀਂ ਕਹਿ ਰਹੇ, ਉਹ ਜਿਹੜਾ ਸਰੂਪ ਹੈ ਸਤ ਚੇਤਨ ਆਨੰਦ ਸਰੂਪ, ਉਹ ਇੱਕ ਸਮੁੰਦਰ ਹੈ, ਲਹਿਰੀ ਬਿਸ਼ਨ ਮਹੇਸ਼। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਤੇ ਮੇਰੀਆਂ ਲਹਿਰਾਂ ਹਨ, ਮੈਂ ਸਾਗਰ ਹਾਂ। ਆਖੋ ਸ੍ਰੀ ਵਾਹਿਗੁਰੂ। ਤਾਂ ਉਸ ਅਵਸਥਾ ਦੇ ਵਿੱਚ ਗੁਰੂ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਇਹ ਬਚਨ ਕਰ ਰਹੇ ਨੇ, ਕਿਸ਼ਨ ਸਦਾ ਅਵਤਾਰੀ ਰੂਦਾ। ਉਹ ਜਿਹੜਾ ਵਿਸ਼ਨੂੰ ਹੈ, ਸਤੋਗੁਣੀ ਅੰਸ਼ ਪਰਮੇਸ਼ਰ ਦੀ, ਉਹ ਦੁਨੀਆ ਦੇ ਸਿਸਟਮ ਨੂੰ ਚਲਾਉਣ ਵਾਸਤੇ ਅਵਤਾਰਾਂ 'ਚ ਹੀ ਰੁੱਝਾ ਰਹਿੰਦਾ ਹੈ। ਕਦੀ ਆ ਜਿਹੜੇ ਮੇਰੇ ਵੀਰ ਵਿਰੋਧ ਕਰਦੇ ਦਸਮ ਪਾਤਸ਼ਾਹ ਦੀ ਬਾਣੀ ਦਾ, ਕਦੀ ਦਰਸ਼ਨ ਕਰ ਲੈਣ ਨਾ, ਇਹ ਅਸ਼ ਅਸ਼ ਕਰ ਉੱਠਣ। ਰੌਲਾ ਇਹੀ ਹੈ ਵੀ ਬਿਨਾਂ ਸਮਝੇ, ਬਿਨਾਂ ਸੋਚੇ, ਬਿਨਾਂ ਪੜ੍ਹੇ, ਬਿਨਾਂ ਵਿਚਾਰੇ, ਬਿਨਾਂ ਸੰਥਿਆ ਲਏ ਅਸੀਂ ਸਤਿਗੁਰਾਂ ਕਲਗੀਧਰ ਪਾਤਸ਼ਾਹ ਮਹਾਰਾਜ ਵਰਗੇ ਅਵਤਾਰੀ ਪੁਰਸ਼ਾਂ ਦੀ ਬਾਣੀ 'ਤੇ ਵੀ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੇ ਹਾਂ। ਉੱਥੇ 24 ਅਵਤਾਰਾਂ ਦੀ ਜਿਹੜੀ ਮਹਾਰਾਜ ਨੇ ਕਥਾ ਲਿਖੀ ਹੈ, ਉਹਦੀ ਭੂਮਿਕਾ ਪੜ੍ਹ ਲੈਣ ਬਸ, ਬਹੁਤਾ ਲੰਮਾ ਚੌੜਾ ਨਹੀਂ, 3-4 ਅੰਗ ਹੀ ਨੇ। ਉਹਦੇ 'ਚ ਸਾਰਾ ਕੁਝ ਦੱਸਿਆ ਵੀ ਅਕਾਲ ਪੁਰਖ ਪਰਮੇਸ਼ਰ ਕੀ ਹੈ, ਕਿਵੇਂ ਹੈ, ਕੀ ਚੀਜ਼ ਹੈ ਮਾਇਆ, ਕੀ ਹੈ ਉਹਦੇ ਬਣਾਏ ਹੋਏ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਕੀ ਹਨ। ਉਹ ਕਹਿੰਦੇ ਵੀ ਅਕਾਲ ਪੁਰਖ ਜਿਹੜਾ ਹੈ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ ਸਰਬ ਕਲਾ ਸਮਰੱਥ, ਉਹਦੇ ਹੁਕਮ ਦੇ ਵਿੱਚ ਜਿਹੜੀ ਸਤੋਗੁਣੀ ਅੰਸ਼ ਹੈ ਨਾ, ਚੇਤਨ ਅੰਸ਼ ਹੈ, ਉਹੀ ਵਿਸ਼ਨੂੰ ਬਣਦੀ ਹੈ। ਵਿਸ਼ਨੂੰ ਕੀ ਹੈ ਵੀ ਜਿਹੜਾ ਜਿਹਦੀ ਬੁੱਧੀ ਬੜੀ ਉਜਾਗਰ ਹੁੰਦੀ ਹੈ, ਬੜਾ ਚਮਤਕਾਰੀ ਬੁੱਧੀ ਵਾਲਾ ਉਹ ਹੁੰਦਾ ਹੈ, ਅਤੇ ਉਹ ਮਨੁੱਖ ਦੇ ਰੂਪ ਵਿੱਚ ਕਹਿ ਲਓ, ਕਿਸੇ ਹੋਰ ਰੂਪ ਦੇ ਵਿੱਚ ਸੂਰਜ ਹੈ, ਚੰਦਰਮਾ ਹੈ, ਅੰਮ੍ਰਿਤ ਹੈ, ਇੱਦਾਂ ਦੀਆਂ ਜਿਹੜੀਆਂ ਮਨੁੱਖ ਨੂੰ ਪ੍ਰਕਾਸ਼ ਦੇਣ ਵਾਲੀਆਂ ਸ਼ਕਤੀਆਂ ਹਨ, ਉਹਨਾਂ ਦੇ ਰੂਪ 'ਚ ਪ੍ਰਗਟ ਹੁੰਦਾ ਹੈ, ਉਸੇ ਨੂੰ ਅਵਤਾਰ ਕਹਿੰਦੇ ਹਨ। ਤੋ ਉਹ ਸਾਰੀ ਕਥਾ ਪੜ੍ਹਨ ਵਾਲੀ ਹੈ, 1-2-4 ਮਿੰਟ 'ਚ ਅਸੀਂ ਨਹੀਂ ਦੱਸ ਸਕਦੇ, ਪਰ ਮਹਾਰਾਜ ਉੱਥੇ ਇਹ ਵੀ ਕਹਿੰਦੇ ਹਨ ਵੀ ਜੇ 24 ਅਵਤਾਰ ਕਹਾਏ ਤਿੰਨ ਵੀ ਤੁਮ ਪ੍ਰਭ ਤਨਕ ਨਾ ਪਾਏ। ਜਿਹੜੇ 24 ਅਵਤਾਰ ਹੋਏ ਨੇ, ਹੇ ਵਾਹਿਗੁਰੂ ਤੇਰਾ ਭੇਦ ਉਹ ਨਹੀਂ ਪਾ ਸਕਦੇ। ਵਾਹਿਗੁਰੂ ਪਰਮੇਸ਼ਰ ਨਿਰੰਕਾਰ ਅਕਾਲ ਪੁਰਖ ਬ੍ਰਹਮਾ ਵਿਸ਼ਨੂੰ ਨੂੰ ਜਾਣਦਾ ਹੈ, ਪਰ ਬ੍ਰਹਮਾ ਵਿਸ਼ਨੂੰ ਉਹਨੂੰ ਨਹੀਂ ਜਾਣਦੇ। ਇਹ ਵੀ ਉੱਥੇ ਸਪਸ਼ਟ ਲਿਖਿਆ ਹੈ ਵੀ ਇਹ ਉਹਨੂੰ ਨਹੀਂ ਜਾਣ ਸਕਦੇ। ਜ਼ੋਰ ਲਾ ਕੇ ਉਸ ਪਰਮੇਸ਼ਰ ਦਾ ਰੱਤੀ ਮਾਤਰ ਵੀ ਭੇਦ ਨਹੀਂ ਇਹ ਪਾ ਸਕਦੇ।
ਤੋ ਇਹ ਜਿਹੜਾ ਵਿਸ਼ਨੂੰ ਨੂੰ ਮੰਨਣ ਲੱਗ ਪਏ, ਕੋਈ ਸ਼ਿਵ ਜੀ ਨੂੰ ਮੰਨਣ ਲੱਗ ਪਿਆ, ਕੋਈ ਬ੍ਰਹਮੇ ਨੂੰ ਹੀ ਮੰਨਣ ਲੱਗ ਪਿਆ, ਕੋਈ ਉਹਦੇ ਅਵਤਾਰਾਂ ਨੂੰ ਹੀ ਮੰਨਣ ਲੱਗ ਪਿਆ। ਜਿਹੜੇ ਤਾਂ ਉਪਾਸਨਾ ਕਰਕੇ ਭਗਤੀ ਕਰਕੇ ਪਾਰ ਲੰਘ ਗਏ ਉਸ ਸਰੂਪ ਵਿੱਚ ਚਲੇ ਗਏ ਜਿਹਦਾ ਨਿਰਾਕਾਰ ਸਰੂਪ ਹੈ। ਜਿਵੇਂ ਪਹਿਲੇ ਸਾਰੇ ਭਗਤਾਂ ਨੇ ਸਰਗੁਣ ਦੀ ਉਪਾਸਨਾ ਕੀਤੀ, ਬਹੁਤਿਆਂ ਨੇ ਕੀਤੀ ਹੈ। ਨਾਮਦੇਵ ਨੇ ਸਰਗੁਣ ਦੀ ਭਗਤੀ ਸ਼ੁਰੂ ਕੀਤੀ। ਕੰਮ ਕਿਤੇ ਪਹੁੰਚ ਚੱਲਿਆ, ਨਾਮਦੇਵ ਨੂੰ ਆਖ ਸਿਧਾਇਆ, ਠਾਕੁਰ ਦੀ ਸੇਵਾ ਕਰੀ ਦੁੱਧ ਪਿਆਵਣ ਕਹਿ ਸਮਝਾਇਆ। ਅਤੇ ਦੇਖੋ ਫਿਰ ਨਾਮਦੇਵ ਨੇ ਪਰਮੇਸ਼ਰ ਨੂੰ ਦੁੱਧ ਪਿਆਇਆ। ਦੁੱਧ ਪੀਓ ਗੋਬਿੰਦੇ ਰਾਏ, ਦੁੱਧ ਪੀਓ ਮੇਰੇ ਮਨ ਪਤੀ ਆਏ, ਨਾ ਇਹ ਤਾਂ ਘਰ ਕੋ ਬਾਪ ਰਸਾਏ। ਸ਼ੁਰੂਆਤ ਤਾਂ ਇੱਥੋਂ ਹੀ ਹੋਈ, ਪਰ ਫਿਰ ਬਿਰਤੀ ਜਦੋਂ ਵਿਸ਼ਾਲ ਹੋ ਗਈ, ਨਿਰਾਕਾਰ ਵਿੱਚ ਸੁਰਤ ਚਲੀ ਗਈ, ਉਸ ਵੇਲੇ ਫਿਰ ਇਹਨਾਂ ਚੀਜ਼ਾਂ ਤੋਂ ਮੁੜ ਕੇ ਜ਼ਿਕਰ ਨਹੀਂ ਆਉਂਦਾ। ਫਿਰ ਤਾਂ ਉਸ ਨਿਰੰਕਾਰ ਵਿੱਚ ਲੀਨ ਹੋ ਗਏ। ਉਹ ਬੰਦੇ ਕੋਈ ਵਿਰਲੇ ਹੀ ਸਨ। ਬਹੁਤੇ ਲੋਕ ਜਿੱਥੇ ਖੜ੍ਹ ਗਏ ਬਸ ਪੌੜੀ 'ਚ ਹੀ ਖੜ੍ਹੇ ਰਹਿ ਗਏ, ਚੁਬਾਰੇ ਚੜ੍ਹੇ ਹੀ ਨਹੀਂ। ਉਹਨਾਂ ਬਾਰੇ ਮਹਾਰਾਜ ਦੱਸ ਰਹੇ, ਉਹਨਾਂ ਨੂੰ ਸਮਝਾ ਰਹੇ ਨੇ ਵੀ ਭਾਈ ਤੁਸੀਂ ਵਿਸ਼ਨੂੰ ਨੂੰ ਮੰਨੀ ਜਾਂਦੇ ਹੋ, ਉਹ ਵਿਸ਼ਨੂੰ ਤਾਂ ਸਦਾ ਹੀ ਅਵਤਾਰਾਂ ਦੇ ਕੰਮ 'ਚ, ਅਵਤਾਰ ਲੈਣ ਦੇ ਕੰਮ ਵਿੱਚ ਰੁੱਝਿਆ ਹੋਇਆ ਹੈ। ਕਦੀ ਕੋਈ ਅਵਤਾਰ ਲੈਣਾ ਪੈਂਦਾ ਉਸ ਨੂੰ, ਕਦੀ ਉਹਨੂੰ ਰਾਵਣ ਨੂੰ ਮਾਰਨ ਵਾਸਤੇ ਰਾਮ ਬਣਨਾ ਪੈ ਜਾਂਦਾ ਹੈ, ਕਦੀ ਉਹਨੂੰ ਕ੍ਰਿਸ਼ਨ ਬਣ ਕੇ ਕੰਸ ਨੂੰ ਮਾਰਨਾ ਪੈਂਦਾ ਹੈ, ਕਦੀ ਉਹ ਕਿਸੇ ਰੂਪ ਵਿੱਚ ਕਦੀ ਕਿਸੇ ਰੂਪ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਕਿਤ ਲੱਗ ਤਰੈ ਸੰਸਾਰਾ, ਸੰਸਾਰ ਕਿਹਦਾ ਪੱਲਾ ਫੜ ਕੇ ਪਾਰ ਲੰਘੇ, ਕਿਉਂਕਿ ਉਹ ਤਾਂ ਆਪ ਉਲਝਣ 'ਚ ਪੈ ਜਾਂਦਾ ਵਿਸ਼ਨੂੰ ਤਾਂ। ਗੁਰਮੁਖ ਗਿਆਨ ਰਤੇ ਜੁਗ ਅੰਤਰ, ਚੂਕੈ ਮੋਹ ਗੁਬਾਰਾ। ਜਿਹੜੇ ਗੁਰਮੁਖ ਹਨ, ਗੁਰੂ ਮਹਾਰਾਜ ਸਾਹਿਬ ਜੀ ਦੇ ਲੜ ਲੱਗੇ ਹਨ, ਉਹਨਾਂ ਨੂੰ ਗਿਆਨ ਦਾ ਰੰਗ ਚੜ੍ਹਿਆ ਹੈ। ਉਹ ਗਿਆਨ ਰਤੇ ਭਾਵ ਪਰਮੇਸ਼ਰ ਦੇ ਬ੍ਰਹਮ ਸਰੂਪ ਦੇ ਵਿੱਚ ਰਤੇ ਗਏ ਹਨ, ਓਤ ਪੋਤ ਹੋ ਗਏ ਹਨ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਹਰ ਰੰਗ ਵਿੱਚ, ਹਰ ਗੱਲ ਵਿੱਚ ਸੰਸਾਰ ਦੀ ਜੋ ਵੀ ਹੋ ਰਹੀ ਮਾਇਆ ਉਹਨਾਂ ਨੂੰ ਨਿਰੰਕਾਰ ਦਿਸਦਾ ਹੈ। ਮਾਇਆ ਦਿਸਦੀ ਨਹੀਂ, ਜਗਤ ਦਿਸਦਾ ਨਹੀਂ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹੋ ਜਿਹੇ ਜਿਹੜੇ ਹਨ ਗੁਰਮੁਖ ਜਨ, ਉਹ ਗਿਆਨ ਰਤੇ, ਆਤਮ ਸਰੂਪ ਦੇ ਸਾਖਸ਼ਾਤ ਨੂੰ ਗਿਆਨ ਕਹਿੰਦੇ ਹਨ। ਅੱਜ ਕੱਲ੍ਹ ਗਿਆਨ ਦੇ ਬੜੇ ਹੋਰ ਅਰਥ ਕਰਦੇ ਨੇ। ਕਈ ਦਸਮ ਦੁਆਰ ਨੂੰ ਦਿਮਾਗ ਕਹਿਣ ਲੱਗ ਪਏ ਨੇ, ਅਤੇ ਕਈ ਗਿਆਨ ਨੂੰ ਨੌਲੇਜ ਕਹਿਣ ਲੱਗ ਪਏ ਨੇ। ਅਤੇ ਹੁਣ ਗੱਲ ਹੈ ਵੀ ਕਿਹੜਾ ਸਮਝਾਵੇ ਕਿਹੜਾ ਸਮਝੇ। ਘਰੋਂ ਖਾ ਕੇ ਦਿਮਾਗ ਵੰਡਿਆ ਨਹੀਂ ਜਾਂਦਾ, ਅਤੇ ਨਾ ਕੋਈ ਕਿਸੇ ਕੋਲ ਆਉਂਦਾ ਵੀ ਪੜ੍ਹਨ ਵਾਸਤੇ ਸਿੱਖਣ ਵਾਸਤੇ। ਪਹਿਲਾਂ ਇਹ ਮਰਜ਼ਾਦਾ ਸੀ ਵੀ ਸਾਧੂਆਂ ਮਹਾਂਪੁਰਸ਼ਾਂ ਸੰਤਾਂ ਕੋਲ ਰਹਿਣਾ 2-2 4-4 ਸਾਲ 10 ਸਾਲ 20 ਸਾਲ। ਉਹਨਾਂ ਮਹਾਂਪੁਰਸ਼ਾਂ ਦੀ ਸੇਵਾ ਟਹਿਲ ਕਰਕੇ ਇਹ ਕੁੰਡੀਆਂ ਖੁੱਲ੍ਹ ਜਾਂਦੀਆਂ ਸਨ, ਇਹ ਭੇਦ ਮਿਲ ਜਾਂਦਾ ਸੀ। ਪਰ ਹੁਣ ਸਕੂਲਾਂ ਕਾਲਜਾਂ ਵਿੱਚ ਸਾਰਿਆਂ ਨੂੰ ਆਪੋ ਆਪਣੀ ਮਾਇਆ ਦੀ ਭੱਜ ਦੌੜ ਹੈ। ਪੜ੍ਹਾਉਣ ਵਾਲਿਆਂ ਨੂੰ ਵੀ ਮਾਇਆ ਦੀ ਹੈ ਅਤੇ ਪੜ੍ਹਨ ਵਾਲਿਆਂ ਨੂੰ ਵੀ ਮਾਇਆ ਦੀ ਹੈ। ਇਸ ਕਰਕੇ ਇਹ ਗੱਲਾਂ ਜਿਹੜੀਆਂ ਗੁਰਬਾਣੀ ਦੀਆਂ ਹਨ, ਇਹ ਗੁਪਤ ਹੀ ਰਹਿ ਜਾਂਦੀਆਂ ਹਨ। ਸੋ ਸਾਧ ਸੰਗਤ ਜੀ, ਜਿਹੜਾ ਉਹ ਗਿਆਨ ਹੈ ਨਾ, ਉਹ ਗਿਆਨ ਗੁਰਬਾਣੀ ਜਿਹੜਾ ਦੱਸਿਆ ਗਿਆਨ ਹੈ, ਉਹ ਗਿਆਨ ਹੈ ਅਨੁਭਵ ਦਾ, ਆਤਮ ਸਰੂਪ ਦਾ। ਜਿਹੜਾ ਹੈ ਨੌਲੇਜ ਸੰਸਾਰ ਦੀ ਬਾਹਰ ਮੁਖੀ ਆ, ਕੀ ਹੋ ਰਿਹਾ ਸਮਾਜ ਦਾ ਗਿਆਨ, ਰਾਜਨੀਤੀ ਦਾ ਗਿਆਨ, ਕੰਮਾਂ ਕਾਰਾਂ ਦਾ ਗਿਆਨ, ਖੇਤੀਬਾੜੀ ਦਾ ਗਿਆਨ, ਦੁਕਾਨਦਾਰੀ ਦਾ ਗਿਆਨ, ਬਿਜ਼ਨਸ ਦਾ ਗਿਆਨ। ਲੱਖਾਂ ਸਬਜੈਕਟ ਹਨ ਸੰਸਾਰ ਦੇ ਵਿੱਚ ਜਿਹੜੇ ਯੂਨੀਵਰਸਿਟੀਆਂ ਕਾਲਜਾਂ ਸਕੂਲਾਂ 'ਚ ਪੜ੍ਹਾਏ ਜਾ ਰਹੇ, ਉਹਨਾਂ ਦਾ ਗਿਆਨ। ਉਸ ਗਿਆਨ ਨੂੰ ਅਨੁਭਵੀ ਗਿਆਨ ਨਾਲ ਨਹੀਂ ਜੋੜਨਾ ਚਾਹੀਦਾ। ਇਹ ਗੁਰਬਾਣੀ ਦੀ ਗਲਤ ਵਿਆਖਿਆ। ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੁਮਾਲਿਆਂ ਥੱਲੇ ਰੱਖ ਕੇ ਮੱਥਾ ਟੇਕ ਕੇ ਅਤੇ ਲੋਕਾਂ ਨੂੰ ਭੁਲੇਖਾ ਪਾ ਦੇਣਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਬਾਕੀ ਜੋ ਸੰਸਾਰ ਦੇ ਵਿੱਚ ਹੈ ਅਸਲੀ ਗਿਆਨ ਉਹੀ ਹੈ, ਤਾਂ ਉਹ ਗੁਰਬਾਣੀ ਦੇ ਅਨੁਭਵੀ ਗਿਆਨ ਨੂੰ ਦਬਾਉਣ ਵਾਲੀ ਗੱਲ ਹੈ। ਗੁਰਬਾਣੀ ਦੇ ਅਨੁਭਵੀ ਗਿਆਨ ਨੂੰ ਲੁਕਾਉਣ ਵਾਲੀ ਗੱਲ ਹੈ। ਸੱਚੇ ਪਾਤਸ਼ਾਹ ਸਾਹਿਬ ਜੀ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰ ਰਹੇ ਨੇ, ਗੁਰਮੁਖ ਗਿਆਨ ਰਤੇ। ਜਿਹੜੇ ਗੁਰਮੁਖ ਹਨ ਉਹ ਬ੍ਰਹਮ ਗਿਆਨ ਦੇ ਰੰਗ ਵਿੱਚ ਰਤੇ ਹੋਏ। ਜੁਗ ਅੰਤਰ, ਇਸ ਕਲਯੁਗ ਦੇ ਸਮੇਂ ਅੰਦਰ
ਚੁੱਕੈ ਮੋਹ ਗੁਬਾਰਾ, ਉਹਨਾਂ ਦਾ ਉਸ ਬ੍ਰਹਮ ਗਿਆਨ ਦੇ ਨਾਲ ਮੋਹ ਦਾ ਗੁਬਾਰ ਚੁੱਕਿਆ ਜਾਂਦਾ ਹੈ। ਆ ਜਿੰਨੀ ਸ੍ਰਿਸ਼ਟੀ ਹੈ, ਆਪਾਂ ਦੇਖੋ ਇਹਦਾ ਮਾਪਦੰਡ ਜਿਹੜਾ ਹੈ ਨਾ, ਮੀਟਰ ਕੋਈ ਇਹੋ ਜਿਹਾ ਹੈ ਨਹੀਂ ਸਾਡੇ ਕੋਲ ਵੀ ਕਿਸੇ ਦੂਜੇ 'ਤੇ ਲਾਈਏ, ਆਪਣੇ ਹਿਰਦੇ 'ਤੇ ਲਾ ਕੇ ਵੇਖ ਸਕਦੇ ਹਾਂ ਬਈ ਸਾਡੇ ਅੰਦਰ ਕਿੰਨਾ ਕੁ ਮੋਹ ਸੰਸਾਰ ਦਾ ਹੈ। ਕਿ ਅਸੀਂ ਸਰੀਰ ਦਾ ਮੋਹ ਨਹੀਂ ਕਰਦੇ, ਜਾਂ ਪਰਿਵਾਰ ਦਾ ਮੋਹ ਨਹੀਂ ਕਰਦੇ, ਜਾਂ ਅਸੀਂ ਆਪਣੇ ਬੱਚਿਆਂ ਦਾ, ਆਪਣੀ ਸਮਾਜ ਦਾ, ਆਪਣੀ ਵਡਿਆਈ ਦਾ, ਆਪਣੀ ਚੌਧਰ ਦਾ, ਕੁਰਸੀ ਦਾ, ਇਹ ਕਿੰਨਾ ਕੁ ਇੱਥੇ ਹੀ ਰਹੀਏ, ਜਾਈਏ ਹੀ ਨਾ, ਸੰਸਾਰ ਛੱਡੀਏ ਹੀ ਨਾ। ਕਿੰਨੇ ਤਰ੍ਹਾਂ ਦੀ ਤਾਂ ਪਕੜਾਂ ਪਈਆਂ ਹੋਈਆਂ ਨੇ। ਮੋਹ ਤਾਂ ਸਾਡਾ ਬਹੁਤ ਜ਼ਿਆਦਾ, ਫਿਰ ਸਾਨੂੰ ਗਿਆਨ ਕਿੱਥੇ ਹੋ ਗਿਆ। ਇਸ ਲਈ ਅਜੇ ਸਾਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋਈ। ਸਾਰੇ ਯਤਨ ਕਰਾਂਗੇ, ਅਰਦਾਸ ਕਰਾਂਗੇ ਗੁਰੂ ਦੇ ਚਰਨਾਂ 'ਚ ਬਖਸ਼ਿਸ਼ ਕਰੇ ਮਹਾਰਾਜ ਸਾਨੂੰ ਉਹ ਅਨੁਭਵ ਕਰਾ ਦੇਵੇ ਕਿ ਚੁੱਕੈ ਮੋਹ ਗੁਬਾਰਾ, ਮੋਹ ਦਾ ਗੁਬਾਰ ਚੁੱਕਿਆ ਜਾਵੇ। ਸਤਿਗੁਰ ਸੇਵਾ ਤੇ ਨਿਸਤਾਰਾ, ਗੁਰਮੁਖ ਤਰੈ ਸੰਸਾਰਾ। ਹੁਣ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਵੀ ਸਤਿਗੁਰਾਂ ਦੀ ਸੇਵਾ ਨਾਲ ਨਿਸਤਾਰਾ ਹੁੰਦਾ ਹੈ, ਬੇੜਾ ਬੰਨੇ ਲੱਗਦਾ ਹੈ। ਇਹ ਭਵਸਾਗਰ ਤੋਂ, ਭਵਸਾਗਰ ਸੰਸਾਰ ਤੋਂ ਪਾਰ ਲੰਘ ਜਾਈਦਾ ਹੈ। ਗੁਰੂ ਮਹਾਰਾਜ ਸਾਹਿਬ ਜੀ ਦੇ ਲੜ ਲੱਗ ਕੇ ਤਰੈ ਸੰਸਾਰਾ, ਸੰਸਾਰ ਤਰ ਜਾਂਦਾ ਹੈ। ਗੁਰਮੁਖ ਗੁਰੂ ਦੁਆਰੇ, ਗੁਰਮੁਖ ਦੇ ਅਰਥ ਕਈ ਹਨ, ਪਰ ਇੱਥੇ ਹੈ ਗੁਰੂ ਦੁਆਰਾ, ਗੁਰੂ ਦੇ ਰਾਹੀਂ ਤਰੈ ਸੰਸਾਰਾ, ਸੰਸਾਰ ਸਾਗਰ ਦੇ ਵਿੱਚੋਂ ਪਾਰ ਲੰਘ ਗਿਆ। ਸਾਚੈ ਨਾਇ ਰਤੇ ਬੈਰਾਗੀ, ਪਾਇਨ ਮੋਖ ਦੁਆਰਾ। ਜਿਹੜੇ ਪਰਮੇਸ਼ਰ ਸੱਚੇ ਦੇ ਨਾਮ ਰੰਗ ਵਿੱਚ ਰੰਗੇ ਹੋਏ ਨੇ ਉਹ ਬੈਰਾਗੀ ਨੇ। ਬੈਰਾਗ ਦੋ ਸ਼ਬਦਾਂ ਦਾ ਇਸ ਸੰਯੁਕਤ ਸ਼ਬਦ ਬਣਿਆ ਹੈ। ਵੈ ਮੈਨੇ ਬੀਤ ਗਿਆ, ਵੈ ਮੈਨੇ ਨਾਸ ਹੋ ਗਿਆ, ਵੈ ਮੈਨੇ ਮੁੱਕ ਗਿਆ, ਖਤਮ ਹੋ ਗਿਆ। ਰਾਗ ਨਾਮ ਮੋਹ ਦਾ ਹੈ। ਲਗਾਓ ਅਟੈਚਮੈਂਟ, ਉਸ ਨੂੰ ਰਾਗ ਕਹਿੰਦੇ ਹਨ। ਕਹਿੰਦੇ ਜਿਨ੍ਹਾਂ ਦਾ ਮੋਹ ਮਿਟ ਗਿਆ ਹੈ। ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ, ਸੰਤੋ ਇਹ ਬਤਾਵੋ ਕਾਰੀ। ਸੱਚੇ ਨਾਮ ਵਿੱਚ ਰੰਗੇ ਹੋਏ ਬੈਰਾਗੀਆਂ ਨੂੰ ਪਾਇਨ ਮੋਖ ਦੁਆਰਾ, ਮੁਕਤੀ ਦੇ ਦੁਆਰੇ ਦੀ ਪ੍ਰਾਪਤੀ ਹੁੰਦੀ ਹੈ। ਉਹ ਮੁਕਤ ਹੋ ਜਾਂਦੇ ਹਨ। ਸੰਸਾਰ ਦੇ ਵਿੱਚ ਸਾਰਿਆਂ ਨੂੰ ਬੰਧਨ ਪਏ ਹੋਏ ਨੇ। ਬਸ ਜਿਹੜਾ ਨਾਮ ਰੰਗ 'ਚ ਰੰਗਿਆ ਗਿਆ ਹੈ, ਗੁਰੂ ਕਿਰਪਾ ਦਾ ਪਾਤਰ ਬਣ ਗਿਆ, ਜਿਸ 'ਤੇ ਪਰਮੇਸ਼ਰ ਨਿਰੰਕਾਰ ਨੇ ਆਪਣੀ ਮਿਹਰ ਕਰ ਦਿੱਤੀ ਹੈ, ਉਹ ਇਹਨਾਂ ਬੰਧਨਾਂ ਵਿੱਚੋਂ ਪਾਰ ਲੰਘਿਆ ਹੈ, ਮੁਕਤੀ ਦੇ ਦੁਆਰੇ 'ਤੇ ਪਹੁੰਚਿਆ ਹੈ। ਏਕੋ ਸੱਚ ਵਰਤੈ ਸਭ ਅੰਤਰ, ਸਭਨਾ ਕਰੇ ਪ੍ਰਤਪਾਲਾ। ਇੱਕੋ ਹੀ ਸੱਚ ਸਾਰਿਆਂ ਦੇ ਅੰਦਰ ਵਰਤ ਰਿਹਾ ਹੈ। ਭਾਵੇਂ ਕੋਈ ਆਸਤਕ ਹੈ, ਭਾਵੇਂ ਨਾਸਤਕ ਹੈ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਸਮਝਦਾਰ ਹੈ, ਭਾਵੇਂ ਬੇਸਮਝ ਹੈ, ਸਭ ਦੇ ਅੰਦਰ ਜੋਤ ਜਿਹੜੀ ਹੈ, ਆਤਮਾ, ਸੋਲ, ਉਸ ਅਕਾਲ ਪੁਰਖ ਦੀ ਜੋਤ ਹੀ ਵਰਤ ਰਹੀ ਹੈ। ਕੋਈ ਇਸ ਤੋਂ ਇਨਕਾਰ ਕਰ ਹੀ ਨਹੀਂ ਸਕਦਾ। ਹੋਰ ਚੀਜ਼ਾਂ ਤੋਂ ਇਨਕਾਰ ਹੋ ਸਕਦਾ, ਜਿਹੜਾ ਵੀ ਬੰਦਾ ਆਪਣੀ ਆਤਮਾ ਤੋਂ ਇਨਕਾਰ ਨਹੀਂ ਕਰ ਸਕਦਾ। ਜਦੋਂ ਆਪਣੀ ਆਤਮਾ ਦੇ ਵੱਲ ਝਾਤੀ ਮਾਰੇਗਾ, ਉਦੋਂ ਨਾਸਤਿਕਤਾ ਖਤਮ ਹੋ ਜਾਂਦੀ ਹੈ। ਜੇ ਬਾਹਰ ਲੱਭਣ ਤੁਰੇਗਾ ਰੱਬ ਕਿੱਥੇ ਹੈ, ਈਸ਼ਵਰ ਕਿੱਥੇ ਹੈ, ਭਗਵਾਨ ਕਿੱਥੇ ਹੈ, ਫਿਰ ਤਾਂ ਨਾਸਤਿਕ ਹੋ ਜਾਏਗਾ। ਉਹਦੀ ਸੰਭਾਵਨਾ ਹੈ ਕਿ ਨਾਸਤਿਕ ਹੋ ਜਾਏਗਾ। ਪਰ ਜੇ ਆਤਮ ਗਿਆਨੀ ਹੋਵੇਗਾ ਫਿਰ ਨਾਸਤਿਕ ਨਹੀਂ ਹੋ ਸਕਦਾ, ਫਿਰ ਉਹ ਆਸਤਿਕ ਵੀ ਨਹੀਂ ਕਹਾਉਂਦਾ। ਆਖੋ ਸ੍ਰੀ ਵਾਹਿਗੁਰੂ। ਐਸੀ ਅਵਸਥਾ ਹੈ ਕਿ ਆਸਤ ਨਾਸਤ ਏਕੋ ਨਾਉ, ਕੌਣ ਸੋ ਅੱਖਰ ਜੇ ਤ੍ਰਹਿ ਹਿਆਓ। ਸਤਿਗੁਰੂ ਜੀ ਬਾਣੀ 'ਚ ਕਹਿੰਦੇ ਆਸਤ ਨਾਸਤ ਇੱਕੋ ਹੀ ਸਰੂਪ ਦਾ। ਇੱਕੋ ਰੁਪਈਏ ਦੇ ਜਿਵੇਂ ਦੋ ਪਲੜ ਪਹਿਲੇ ਹੁੰਦੇ ਨਾ, ਦੋ ਪਹਿਲੂ, ਦੋ ਪਾਸੇ ਹੁੰਦੇ ਹਰ ਚੀਜ਼ ਦੇ। ਆਸਤ ਨਾਸਤ ਪਰਮੇਸ਼ਰ ਦੇ ਹੀ ਦੋਵੇਂ ਹੀ ਪੱਖ ਹਨ। ਜਿਹੜੇ ਕਹਿੰਦੇ ਵੀ ਕੁਛ ਨਹੀਂ ਹੈ, ਕੁਛ ਨਹੀਂ ਹੈ, ਕੁਛ ਨਹੀਂ ਹੈ, ਉਹ ਵੀ ਹੈ ਜ਼ਰੂਰ ਨਾਲ ਬੋਲਦੇ ਹਨ। ਬਸ ਹੈ ਹੀ ਤਾਂ ਹੈ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਪੂ ਹੈ, ਅਲੇਖ ਹੈ, ਅਪੇਖ ਹੈ, ਅਨਾਮ ਹੈ। ਕਦੀ ਜਾਪ ਸਾਹਿਬ ਦੀ ਲੋਕਾਂ ਨੂੰ ਸਮਝ ਆ ਜਾਵੇ, ਜੋ ਜਾਪ ਸਾਹਿਬ ਵਿੱਚ ਸਤਿਗੁਰੂ ਜੀ ਨੇ ਸਾਨੂੰ ਦੱਸਿਆ, ਸਾਨੂੰ ਸਮਝ ਆ ਜਾਵੇ, ਪੂਰਾ ਅਨੁਭਵ ਗੁਰੂ ਕਿਰਪਾ ਨਾਲ ਹੋ ਜਾਵੇ, ਅਤੇ ਫਿਰ ਤਾਂ ਮਹਾਰਾਜ ਸਾਹਿਬ ਕਹਿੰਦੇ ਨੇ ਬਸ ਕੋਈ ਆਸਤਕ ਨਾਸਤਕ ਦਾ ਝਗੜਾ ਹੀ ਮੁੱਕ ਜਾਵੇ ਦੁਨੀਆ ਦੇ
ਜਿਹੜੇ ਹਿੰਦੂ ਮੁਸਲਮਾਨ ਧਰਮਾਂ ਦੇ ਝਗੜੇ ਪਏ ਹੋਏ ਨੇ, ਸਿੱਖ ਈਸਾਈ ਦੇ ਝਗੜੇ ਪਏ ਹੋਏ ਨੇ, ਦੂਜੇ ਦੁਨੀਆ ਵਿੱਚ ਮੈਂ ਤੂੰ ਦੇ, ਜਾਤੀ ਪਾਤੀ ਦੇ, ਗਰੀਬ ਅਮੀਰ ਦੇ, ਸਾਰੇ ਹੀ ਮਿਟ ਜਾਂਦੇ ਹੈ। ਸਤਿਗੁਰੂ ਜੀ ਇਹ ਸਾਰੇ ਝਗੜੇ ਮਿਟਾਉਣ ਵਾਸਤੇ ਹੀ ਬਾਣੀ ਉਚਾਰਨ ਕੀਤੀ ਹੈ। ਇੱਕੋ ਸੱਚ ਵਰਤੈ ਸਭ ਅੰਤਰ, ਸਾਰਿਆਂ ਦੇ ਅੰਦਰ ਇੱਕੋ ਸੱਚ ਹੀ ਵਰਤ ਰਿਹਾ ਹੈ। ਸਭਨਾ ਕਰੇ ਪ੍ਰਤਪਾਲਾ, ਸਾਰਿਆਂ ਦੀ ਪਾਲਣਾ ਕਰਦਾ ਹੈ। ਨਾਨਕ ਇਕਸ ਬਿਨ ਮੈਂ ਅਵਰ ਨ ਜਾਣਾ, ਸਭਨਾ ਦੀਵਾਨ ਦਇਆਲਾ। ਮਹਾਰਾਜ ਸਾਹਿਬ ਕਹਿੰਦੇ ਮੈਂ ਇਕਸ ਤੋਂ ਬਿਨਾਂ, ਉਸ ਅੰਦਰ ਵਰਤਣ ਵਾਲੇ ਆਤਮ ਸਰੂਪ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦਾ। ਕਿਸ਼ਨ ਵਿਸ਼ਨ ਕਹੂ ਨਾ ਧਿਆਉ, ਇਸ ਅਵਸਥਾ 'ਚ ਕਹਿ ਦਿੱਤਾ। ਮੈਂ ਕੀ ਲੈਣਾ ਸਤੋ ਗੁਣੀ ਵਿਸ਼ਨੂੰ ਤੋਂ, ਕੀ ਲੈਣਾ ਰਜੋ ਗੁਣੀ ਬ੍ਰਹਮੇ ਤੋਂ, ਤਮੋ ਗੁਣੀ ਸ਼ਿਵ ਜੀ ਤੋਂ, ਕਿਉਂਕਿ ਉਹ ਤਾਂ ਮੇਰੀਆਂ ਹੀ ਲਹਿਰਾਂ ਹਨ। ਮੈਂ ਉਸ ਇੱਕ ਨੂੰ ਹੀ ਜਾਣਨਾ। ਇੱਕੋ ਸੇਵ, ਇੱਕੋ ਜਪ, ਇੱਕੋ ਧਿਆਈ, ਇੱਕੋ ਨੂੰ ਜਪਣਾ, ਇੱਕੋ ਨੂੰ ਧਿਆਣਾ, ਇੱਕੋ ਨੂੰ ਸੇਵਣਾ, ਇੱਕੋ ਦਾ ਹੀ ਨਾਮ ਜਪਣਾ। ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ। ਉਹ ਜਿਹੜਾ ਜੋਤ ਸਰੂਪ ਹੈ ਉਹਦਾ ਹੀ ਮਹਾਰਾਜ ਕਲਗੀਧਰ ਪਾਤਸ਼ਾਹ ਜ਼ਿਕਰ ਕਰਦੇ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ, ਮਟ ਭੂਲ ਨ ਮਾਨੈ। ਜਦੋਂ ਉਸ ਇਕਸ ਜੋਤ ਦਾ ਅਨੁਭਵ ਹੋਣਾ ਹੈ ਉਦੋਂ ਸਾਰੇ ਸੰਸੇ ਮਿਟਣੇ ਨੇ। ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਉਸ ਰੂਪ ਦੇ ਦਰਸ਼ਨ ਹੋਏ ਤੋਂ ਬਿਨਾਂ ਸੰਸਿਆਂ ਦੀ ਨਿਰਵਿਰਤੀ ਨਹੀਂ ਹੁੰਦੀ। ਸੰਸਾਰ 'ਚ ਹਰ ਵੇਲੇ ਸਹਿਸਾ ਹੀ ਰਹੇਗਾ, ਕੀ ਬਣੇਗਾ, ਕੀ ਹੋਵੇਗਾ। ਪਰਮਾਰਥ ਤੌਰ 'ਤੇ ਵੀ ਸਾਡੇ ਬਹੁਤ ਸਾਰੇ ਸੰਸੇ ਹਨ, ਰੂਹਾਨੀਅਤ ਦੇ ਵੀ ਬਹੁਤ ਸਾਰੇ ਸੰਸੇ ਹਨ। ਉਹ ਸਾਰੇ ਹੀ ਮਿਟ ਜਾਂਦੇ ਜਦੋਂ ਇੱਕ ਨੂੰ ਜਾਣ ਲਈਏ। ਸਭਨਾ ਦੀਵਾਨ ਦਇਆਲਾ, ਉਹ ਪਰਮੇਸ਼ਰ ਸਭਨਾ ਦਾ ਦੀਵਾਨ ਲਾ ਕੇ ਭਾਵ ਸਾਰਿਆਂ ਦਾ ਇਨਸਾਫ ਕਰਦਾ ਹੈ, ਸਾਰਿਆਂ ਦਾ ਰਾਜਾ ਮਹਾਰਾਜਾ ਹੈ, ਸਾਰਿਆਂ ਦੀ ਰੱਖਿਆ ਕਰਦਾ ਹੈ, ਸਾਰਿਆਂ 'ਤੇ ਦਇਆ ਕਰਦਾ ਹੈ, ਸਾਰਿਆਂ ਨੂੰ ਪਾਲਣਾ ਕਰ ਰਿਹਾ ਹੈ। ਕਿ ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੀੜੀ ਤੋਂ ਲੈ ਕੇ ਹਾਥੀ ਪਰਯੰਤ, ਮੱਛਰ ਤੋਂ ਗਰੜਯੰਤ ਪਰਯੰਤ ਜਿਤਨੀ ਸ੍ਰਿਸ਼ਟੀ ਹੈ ਸਭ ਦੇ ਵਿੱਚ ਉਹਦੀ ਜੋਤ ਹੈ, ਸਾਰਿਆਂ ਦੀ ਉਹ ਪਾਲਣਾ ਕਰਦਾ ਹੈ। ਮੈਂ ਉਸ ਨੂੰ ਜਾਣਦਾ ਹਾਂ। ਕਿਸ਼ਨ ਵਿਸ਼ਨ ਕਬੂ ਨਾ ਧਿਆਉ, ਉਹਨਾਂ ਨੂੰ ਮੈਂ ਨਹੀਂ ਧਿਆਉਂਦਾ। ਕਾਨ ਸੁਨੇ ਪਹਿਚਾਨ ਨ ਤਿੰਨ ਸੋ, ਲਿਵ ਲਾਗੀ ਮੋਰੀ ਪਗ ਇਨਸੋਂ। ਮਹਾਕਾਲ ਰਖਵਾਰ ਹਮਾਰੋ, ਮਹਾ ਲੋਹ ਮੈਂ ਕਿੰਕਰ ਥਾਰੋ। ਇਹ ਜਿਹੜੇ ਬਚਨ ਆਏ ਹਨ ਸਾਧ ਸੰਗਤ ਜੀ, ਬੜੀ ਉੱਚੀ ਅਵਸਥਾ 'ਚ ਜਾ ਕੇ ਉਚਾਰਨ ਕੀਤੇ ਹੋਏ ਨੇ। ਜੇ ਅਸੀਂ ਕਹੀਏ ਵੀ ਸਾਨੂੰ ਇਹਨਾਂ ਬਚਨਾਂ ਦਾ ਸਹੀ ਅਨੁਭਵ ਹੋ ਜਾਏਗਾ, ਗੁਰੂ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਗੁਰੂ ਕਿਰਪਾ ਕਰੇ ਤਾਂ ਹੋ ਸਕਦਾ ਹੈ। ਇਤਨੇ ਬਚਨ ਪ੍ਰਵਾਨ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਦਾਈਆਂ ਰਾਗ ਪਰਿਵਾਰ ਭਰੀਆਂ। ਸ਼ਬਦੋਤਾਂ ਗਾਵੋ ਹਰੀ ਕੇਰਾ, ਮਨ ਜਿਨੀ ਕਹੈ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾ ਏ ਮਨ ਮੇਰਿਆ, ਤੂੰ ਸਦਾ ਰੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਕਹਿ ਨਾਨਕ ਮਨ ਮੇਰੇ, ਸਦਾ ਰੋ ਹਰ ਸਾਚੇ ਸਾਹਿਬਾ। ਕਿਆ ਨਹੀਂ ਕਰ ਤੇਰਾ, ਕਰਤਾ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ। ਕਿਆ ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾ ਦੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੈ ਸ਼ਬਦ ਵਾਜੇ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ, ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗੀ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ
संत साजन भये सरसे पूरे गुरु ते सुनते पुनीत कहते पवित सतगुर रहा बिनवंत नानक गुर चरण लागे बच पावन गुरु पाणी पिता माता दिवस रात दाई दाया खिल चंगियाइयां बुराइयां वाचैत करमी आपो अपनी के जिनी नाम त्याया गए मुसक नानक ते मुख उजले किति वाहिगुरु जी का खालसा वाहिगुरु।